ਸਾਹਿਬ ਜੀ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ ਬੇਸ਼ੁਮਾਰ ਅਥਾ ਅਗਨਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਛਤਰ ਅਤੇ ਸਿੰਘਾਸਨ ਦੇ ਮਾਲਕ ਬਾਣੀ ਕੇ ਬੋਹਿਤ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅਤੇ ਜ਼ਾਹਰ ਪੀਰ ਜਗਤ ਗੁਰ ਬਾਬਾ ਨਿਕਟ ਭਵਿੱਖ ਵਿੱਚ ਜਿਨ੍ਹਾਂ ਦਾ ਅਸੀਂ ਪਾਵਨ ਪ੍ਰਕਾਸ਼ ਉਤਸਵ ਮਨਾਉਣ ਜਾ ਰਹੇ ਹਾਂ ਅਤੇ ਦਲ ਭੰਜਨ ਗੁਰਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ ਜਿਨ੍ਹਾਂ ਨੂੰ ਭਾਈ ਗੁਰਦਾਸ ਜੀ ਸਤਿਗੁਰ ਬੰਦੀ ਛੋੜ ਕਹਿ ਕੇ ਵੀ ਸਨਮਾਨਦੇ ਨੇ, ਐਸੇ ਦੀਨ ਦਿਆਲ ਸਤਿਗੁਰੂ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਮਹਾਨ ਪਵਿੱਤਰ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਸੁਭਾਇਮਾਨ ਬਹੁਤ ਹੀ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀ ਵਡਭਾਗੇ ਹੋ ਜੋ ਪ੍ਰਾਤଃ-ਕਾਲ ਨੀਂਦ ਆਲਸ ਆਦਿ ਦਾ ਤਰਕ ਤਿਆਗ ਕਰਕੇ ਗੁਰੂ ਦਰਬਾਰ ਵਿੱਚ ਪਹੁੰਚ ਕੇ ਆਪ ਜੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਤਮਸਤਕ ਹੁੰਦਿਆਂ ਸੀਸ ਪਾਵਨ ਗੋਦ ਵਿੱਚ ਬੈਠ ਕੇ ਗੁਰਬਾਣੀ ਦੇ ਮਨੋਰ ਕੀਰਤਨ ਸਰਵਣ ਕਰਕੇ ਆਪ ਜੀ ਨੇ ਲਾਹੇ ਪ੍ਰਾਪਤ ਕੀਤੇ ਹਨ। ਸਨਮਾਨਯੋਗ ਸਾਧ ਸੰਗਤ ਜੀ, ਜਿਸ ਤਰ੍ਹਾਂ ਆਪ ਜੀ ਨੂੰ ਦਾਸ ਪਿਛਲੇ ਕੁਝ ਦਿਨਾਂ ਤੋਂ ਸੁਨਿਮਰ ਬੇਨਤੀਆਂ ਕਰ ਰਿਹਾ ਵੀ ਅਸੀਂ ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਉਤਸਵ ਤੇ ਉਹਨਾਂ ਦੇ ਪ੍ਰਕਾਸ਼ ਦਿਵਸ ਵਾਲੇ ਦਿਨ ਵਿਚਾਰਾਂ ਕਰਨੇ ਆ ਔਰ ਸੁਣਨੇ ਆ, ਪਰ ਸਮਾਂ ਬਹੁਤ ਸੀਮਤ ਹੁੰਦਾ ਹੈ। ਮਾਹੌਲ ਕਿਸੇ ਤਿਉਹਾਰ ਵਰਗਾ ਹੁੰਦਾ ਹੈ ਔਰ ਉਹ ਤਿਉਹਾਰ ਟਾਈਪ ਹੀ ਲੰਘ ਜਾਂਦਾ ਹੈ। ਤੋ ਮਨ ਵਿੱਚ ਵਿਚਾਰ ਆਈ ਵੀ ਕਿਉਂ ਨਾ
ਕੁਝ ਅਗੇਤਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਵਿੱਤਰ ਇਤਿਹਾਸ ਦੀ ਨਿੱਠ ਕੇ ਥੋੜ੍ਹੀ ਠਰਮੇ ਨਾਲ ਔਰ ਧੀਰਜ ਨਾਲ ਜਿਹੜੀ ਹੈ ਲਗਾਤਾਰ ਕਈ ਦਿਨ ਵਿਚਾਰ ਚੱਲੇ, ਤਾਂ ਕਿ ਹਜ਼ੂਰ ਦੇ ਪਵਿੱਤਰ ਇਤਿਹਾਸ ਵਿੱਚੋਂ ਕੁਝ ਬਚਨ ਜਿਹੜੇ ਨੇ ਉਹ ਸਾਡੇ ਚੇਤੇ ਦੀ ਚੰਗੇਰ ਵਿੱਚ ਟਿਕ ਸਕਣ। ਤੋ 2 ਦਿਨ ਹਜ਼ੂਰ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਬੇਅੰਤ ਸਿਫਤਾਂ ਵਿੱਚੋਂ ਤੁੱਛ ਬੁੱਧੀ ਅਨੁਸਾਰ ਕੁਝ ਬੇਨਤੀਆਂ ਆਪ ਜੀ ਦੇ ਚਰਨਾਂ ਵਿੱਚ ਕੀਤੀਆਂ ਨੇ। ਕੱਲ੍ਹ ਅਸੀਂ ਤਲਵੰਡੀ ਵਿੱਚ ਸਾਂ ਔਰ 2 ਵੱਡੇ ਘਟਨਾਕ੍ਰਮ, ਇੱਕ ਹਜ਼ੂਰ ਨੂੰ ਪੰਧ ਦੇ ਕੋਲ ਪੜ੍ਹਨੇ ਪਾਣਾ ਔਰ ਮੈਥਮੈਟਿਕਸ ਨੂੰ ਧਿਆਨ ਨਾਲ ਸਮਝਣ ਦਾ ਜਦੋਂ ਅਧਿਆਪਕ ਨੇ ਹਜ਼ੂਰ ਦੇ ਉੱਤੇ ਜ਼ੋਰ ਦਿੱਤਾ ਤੇ ਮਹਾਰਾਜ ਨੇ ਉਹਨੂੰ ਇੱਕ ਇਸ ਤਰ੍ਹਾਂ ਦੇ ਮੈਥਮੈਟਿਕਸ ਦਾ ਫੰਡਾ ਸਮਝਾਇਆ ਜਿਹੜਾ ਨਾ ਸਿਰਫ ਲੋਕ ਵਿੱਚ ਬਲਕਿ ਪ੍ਰਲੋਕ ਵਿੱਚ ਵੀ ਮਨੁੱਖ ਦੇ ਕੰਮ ਆਉਂਦਾ ਹੈ। ਸੱਚੀ ਮੁੱਚੀ ਦਾ ਜਨੇਊ ਜਿਹੜਾ ਹੈ ਉਹ ਸ਼ੁਭ ਗੁਣ ਨੇ ਔਰ ਹਜ਼ੂਰ ਨੇ ਦਇਆ, ਸੰਤੋਖ, ਜਤ, ਸਤ ਭਾਵ ਸ਼ੁਭ ਗੁਣ, ਦੈਵੀ ਗੁਣ ਧਾਰਨ ਕਰਨ ਦੀ ਪ੍ਰੇਰਨਾ ਕੀਤੀ। ਭਾਵੇਂ ਕੋਈ ਬਪਤਿਸਮਾ ਲੈ ਲੈ, ਸੁਨਤ ਕਰਵਾ ਲੈ, ਜਨੇਊ ਪਾ ਲੈ, ਅੰਮ੍ਰਿਤ ਛਕ ਲੈ, ਜੇ ਗੁਣਾਂ ਤੋਂ ਵਿਹੂਣਾ ਹੈ ਤੇ ਸਿਧਾਂਤ ਕਹਿੰਦਾ ਹੈ ਗੁਣ ਵਿਹੂਨ ਪੂਜਾ ਕਹਾਂ, ਵਿਦਿਆ ਬਿਨ ਮਾਨਾ, ਜੀਤ ਕਹਾਂ ਬਿਨ ਸੂਰਤਾ, ਮਨ ਥਿਤ ਬਿਨ ਧਿਆਨਾ। ਅਰਥਾਤ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਸਾਰ, ਮਤ ਸ਼ਰਮਿੰਦਾ ਥੀ ਵਹੀਂ ਸਾਈਂ ਦੇ ਦਰਬਾਰ। ਤੋ ਹਜ਼ੂਰ ਨੂੰ ਭਾਵੇਂ ਕੋਈ ਸਤ ਸੰਗਤ ਬ੍ਰਾਹਮਣ ਮਿਲਿਆ ਤੇ ਉਹਨੂੰ ਵੀ ਦਇਆ, ਸੰਤੋਖ, ਜਤ ਸਤ ਦਾ ਉਪਦੇਸ਼, ਜੇ ਜੋਗੀ ਮਿਲਿਆ ਤੇ ਉਹਨੂੰ ਵੀ ਮੁੰਦਾ, ਸੰਤੋਖ, ਸ਼ਰਮ, ਪਤ, ਝੋਲੀ, ਧਿਆਨ ਕੀ ਕਰੇ, ਵਿਭੂਤ ਵਾਲਾ ਉਪਦੇਸ਼ ਦਿੱਤਾ। ਜੇ ਕਾਜ਼ੀ ਮਿਲਿਆ ਤੇ ਮੇਰ, ਮਸੀਤ, ਸਿਦਕ, ਮੁਸੱਲਾ, ਹੱਕ, ਹਲਾਲ, ਕੁਰਾਨ, ਸ਼ਰਮ, ਸੁਨਤ, ਸੀਲ, ਰੋਜ਼ਾ, ਹੋ ਮੁਸਲਮਾਨ। ਮੇਰ ਦੀ ਮਸੀਤ, ਸਿਦਕ ਦਾ ਮੁਸੱਲਾ, ਹੱਕ ਹਲਾਲ ਦੀਆਂ ਆਇਤਾਂ ਔਰ ਸ਼ੁਭ ਗੁਣਾਂ ਦੀ ਨਿਵਾਜ਼ ਪੜ੍ਹਨੀ ਉਹਨੂੰ ਸਿਖਾਈ। ਭਾਵ ਹਜ਼ੂਰ ਨੇ ਦੈਵੀ ਗੁਣਾਂ ਤੇ ਸ਼ੁਭ ਗੁਣਾਂ ਤੇ ਜ਼ੋਰ ਦਿੱਤਾ। ਕੱਲ ਸਵੇਰ ਦੀ ਕਥਾ ਵਿੱਚ ਅਸੀਂ ਕੁਝ ਇਸ ਪ੍ਰਕਾਰ ਵਿਚਾਰਾਂ ਸਾਂਝੀਆਂ ਕੀਤੀਆਂ ਸਨ। ਆਓ ਹੁਣ ਹਜ਼ੂਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਇਤਿਹਾਸ ਤੇ ਅਗਲੀ ਫਿਰਤੂ ਝਾਤ ਮਾਰੀਏ। ਇਸ ਤੋਂ ਪਹਿਲਾਂ ਸੇਵਾਦਾਰ ਤੁੱਛ ਬੁੱਧੀ ਅਨੁਸਾਰ ਆਪ ਜੀ ਦੇ ਚਰਨਾਂ ਵਿੱਚ ਬੇਨਤੀਆਂ ਸ਼ੁਰੂ ਕਰੇ। ਸਾਧ ਸੰਗਤ ਜੀ, ਬੇਨਤੀਆਂ ਵਿਚਾਰਾਂ ਸਤਿਗੁਰੂ ਦੀ ਕਿਰਪਾ ਨਾਲ ਤੇ ਸੰਗਤ ਦੀ ਅਸੀਸ ਨਾਲ, ਸਹਿਯੋਗ ਨਾਲ ਹੁੰਦੀਆਂ ਨੇ। ਗੁਰਮਤਿ ਵਿਚਾਰਾਂ ਦੇ ਸੰਦਰਭ ਵਿੱਚ ਮੈਂ ਅਕਸਰ ਬੇਨਤੀ ਕਰਦਾ ਰਹਿਣਾ ਵੀ ਅਤ ਇਕਾਗਰਤਾ, ਜਿਤਨੀ ਇਕਾਗਰਤਾ ਹੋ ਸਕੇ ਉਹ ਥੋੜੀ ਹੈ, ਕਿਉਂਕਿ ਇਕਾਗਰਤਾ ਤੇ ਕੀਰਤਨ ਵਿੱਚ ਵੀ ਚਾਹੀਦੀ ਹੈ। ਪਰ ਸਾਜ਼ ਵੱਜਣੇ, ਟੀਮ ਵਰਕ, 3 ਜਣਿਆਂ ਦਾ ਮਿਲ ਕੇ ਗਾਣਾ, ਥੋੜੀ ਬਹੁਤੀ ਕੋਈ ਡਿਸਟਰਬੈਂਸ ਹੋਵੇ ਤੇ ਉਹਦੇ ਵਿੱਚ ਉਹ ਜਜ਼ਬ ਹੋ ਜਾਂਦੀ ਹੈ। ਪਰ ਵਿਚਾਰ ਦੇ ਵਿੱਚ ਕੋਈ ਸਾਜ਼ ਨਹੀਂ, ਕੋਈ ਟੀਮ ਵਰਕ ਨਹੀਂ। ਇਹਦੇ ਵਿੱਚ ਜਦੋਂ ਬਚਨ ਬਲਾਸ ਹੁੰਦੇ ਨੇ, ਕੋਈ ਹੋਰ ਖੜਾਕ ਆਦਿਕ ਹੁੰਦਾ ਹੈ ਤੇ ਥੋੜੀ ਵਿਘਨ ਪੈਂਦਾ ਹੈ। ਇਸ ਵਾਸਤੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਬਖਸ਼ਿਸ਼ ਕਰਨੀ, ਇਕਾਗਰਤਾ ਬਖਸ਼ਣੀ, ਸਾਥ ਦੇਣਾ, ਤਾਂ ਕਿ ਅਸੀਂ ਵਿਚਾਰ ਵਿੱਚ ਸਫਲ ਹੋ ਸਕੀਏ। ਆਓ ਸਾਧ ਸੰਗਤ, ਗੁਰਮਤਿ ਵਿਚਾਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਕਰਦੇ ਹੋਏ ਸੇਵਾਦਾਰ ਨੂੰ ਅਸੀਸ ਦਿਓ ਤੇ ਕੋਈ ਰਸਨਾ ਵਾਂਝੀ ਨਾ ਰਵੇ। ਸਾਰੇ ਕਿਰਪਾ ਕਰਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਗੁਰੂ ਨਾਨਕ ਸਾਹਿਬ ਮਹਾਰਾਜ ਲਗਭਗ 35.5 ਸਾਲ ਦੀ ਉਮਰ ਵਿੱਚ ਸੁਲਤਾਨਪੁਰ ਲੋਧੀ ਮੋਦੀ ਦੀ ਕਾਰ ਉਹਨਾਂ ਸੰਭਾਲੀ ਸੀ ਔਰ ਜਨੇਊ 9 ਵਰਿਆਂ ਦੀ ਉਮਰ ਵਿੱਚ ਜਨੇਊ ਦੀ ਰਸਮ ਵਾਲਾ ਪ੍ਰਸੰਗ ਹੋਇਆ ਹੈ। ਹੁਣ 9 ਸਾਲ ਤੋਂ ਲੈ ਕੇ 35.5 ਸਾਲ ਤੋਂ ਲਗਭਗ ਗੁਰੂਸਵਾਰੀ ਸਾਧ ਸੰਗਤ ਤੇ 26 ਸਾਲ ਬਣਦੇ ਨੇ। ਇਹ 26 ਸਾਲ ਹਜ਼ੂਰ ਕੀ ਕਰਦੇ ਰਹੇ? ਇੱਕ ਪ੍ਰਸ਼ਨ ਹੈ, ਇੱਕ ਸਵਾਲ ਹੈ। ਇਤਿਹਾਸਕਾਰਾਂ ਨੇ ਇਸ ਜਨੇਊ ਦੀ ਰਸਮ ਤੋਂ ਬਾਅਦ ਛੜੱਪਾ ਮਾਰਿਆ ਤੇ ਸਿੱਧੇ ਸੁਲਤਾਨਪੁਰ ਲੋਧੀ ਪਹੁੰਚ ਗਏ। ਪਰ ਵਿਚਾਰਨ ਵਾਲੀ ਗੱਲ ਇਹ ਵੀ 26 ਸਾਲ ਦਾ ਜਿਹੜਾ ਪੀਰੀਅਡ ਹੈ, ਬਲਕਿ 26.5, ਕਿਉਂਕਿ ਠੀਕ 35.5 ਸਾਲ ਦੀ ਉਮਰ ਸੀ। ਭਾਈਆ ਜੈਰਾਮ ਜੀ ਨਵਾਬ ਦੌਲਤ ਖਾਨ ਲੋਧੀ ਕੋਲ ਮੁਲਾਜ਼ਮ ਸਨ ਔਰ ਉਹਨਾਂ ਦਾ ਅਸਰ ਰਸੂਖ ਸੀ।
ਉਸੇ ਅਸਰ ਸੂਖ ਦੇ ਸਦਕਾ ਹਜ਼ੂਰ ਗੁਰੂ ਨਾਨਕ ਸਾਹਿਬ ਨੂੰ ਇਹ ਮੋਦੀ ਦੀ ਕਾਰ ਮਿਲੀ ਸੀ। ਭਾਈਆ ਜੈ ਰਾਮ ਜੀ ਦੀ ਵਿਚੋਲਗੀ ਕਾਰਨ ਹਜ਼ੂਰ ਦਾ ਸੁਲਤਾਨਪੁਰ ਲੋਧੀ ਜਾਣਾ ਹੋਇਆ ਸੀ। ਤੋ ਗੁਰਮੁਖੋ ਜੁੜਿਆ ਜੇ, ਇਹ ਵਿਚਕਾਰਲਾ ਸਮਾਂ ਜਿਹੜਾ ਹੈ ਇਹਦੇ ਵਿੱਚ ਹਜ਼ੂਰ ਦਾ ਮੱਝਾਂ ਚਾਰਨ ਵਾਲਾ ਪ੍ਰਸੰਗ, ਸਰਪਸਾਇਆ, ਸੱਚਾ ਸੌਦਾ, ਮਰਦਾਨੇ ਨਾਲ ਮਿਲਾਪ, ਕੋਈ 5-7 ਘਟਨਾਵਾਂ ਦਾ ਜ਼ਿਕਰ ਟੂਕ ਮਾਤਰ ਇਤਿਹਾਸਕਾਰਾਂ ਨੇ ਕੀਤਾ ਹੈ, ਪਰ 26 ਸਾਲ 'ਚ ਸਿਰਫ 4-5 ਘਟਨਾਵਾਂ ਨਹੀਂ ਹੁੰਦੀਆਂ, ਘਟਨਾਵਾਂ ਬਹੁਤ ਹੁੰਦੀਆਂ ਨੇ। ਇਹਨੂੰ ਥੋੜਾ ਜਿਹਾ ਸਮਝ ਲੈਣਾ ਵੀ ਹਜ਼ੂਰ ਕਰਦੇ ਕੀ ਨੇ। ਮੱਝਾਂ ਚਾਰਨ ਵਾਲਾ ਪ੍ਰਸੰਗ ਇਸ ਗੱਲ ਦਾ ਪ੍ਰਤੀਕ ਹੈ ਵੀ ਜਿੱਦਣ ਪਾਲੀ ਨਹੀਂ ਸੀ ਨਾ ਹੁੰਦਾ, ਮੱਝਾਂ ਚਾਰਨ ਵਾਲਾ ਜਿਹੜਾ ਕਾਮਾ ਰੱਖਿਆ ਸੀ ਮਹਿਤਾ ਕਲਿਆਣ ਦਾਸ ਜੀ ਨੇ, ਉਸ ਦਿਨ ਹਜ਼ੂਰ ਮੱਝਾਂ ਆਪਣੀਆਂ ਆਪ ਚਾਰਨ ਲੈ ਜਾਂਦੇ ਸਨ। ਔਰ ਕਦੀ ਕਦੀ ਉਹ ਖੇਤਾਂ ਵਿੱਚ ਕੰਮ ਕਰਨ ਵਾਸਤੇ ਜਾਂ ਕਾਮਿਆਂ ਤੋਂ ਕੰਮ ਕਰਾਉਣ ਵਾਸਤੇ ਵੀ ਚਲੇ ਜਾਂਦੇ ਸਨ। ਇਤਿਹਾਸਕਾਰਾਂ ਦਾ ਇੱਕ ਸੁਭਾਅ ਹੁੰਦਾ ਹੈ, ਸਾਧ ਸੰਗਤ ਉਚੇਚਾ ਧਿਆਨ ਦਿਆ ਜੇ, ਉਹ ਜਦੋਂ ਕਿਸੇ ਮਹਾਂਪੁਰਸ਼ ਦਾ ਜੀਵਨ ਲਿਖਦੇ ਨੇ ਨਾ, ਇੱਥੋਂ ਤੱਕ ਵੀ ਤੁਸੀਂ ਹਜ਼ਰਤ ਸਾਹਿਬ ਦਾ ਜੀਵਨ ਪੜ੍ਹੋ, ਈਸਾ ਸਾਹਿਬ ਦਾ ਪੜ੍ਹੋ, ਮੂਸਾ ਸਾਹਿਬ ਦਾ ਪੜ੍ਹੋ, ਕਿਸੇ ਵੀ ਮਹਾਂਪੁਰਸ਼ ਦਾ ਜੀਵਨ ਪੜ੍ਹੋ, ਤੇ ਤੁਹਾਨੂੰ ਲੱਗੇਗਾ ਵੀ ਉਹਦੀ ਇੱਕ ਇੱਕ ਗਤੀਵਿਧੀ ਇੱਥੇ ਨਿਰੂਪਣ ਨਹੀਂ, ਕਿਉਂਕਿ ਉਹ ਤੇ ਸੰਭਵ ਹੀ ਨਹੀਂ। ਉਹ ਖਾਸ ਘਟਨਾਕ੍ਰਮ ਜਿਹੜੇ ਨੇ ਉਹਨਾਂ ਦਾ ਜ਼ਿਕਰ ਕਰਦੇ ਨੇ, ਬਾਕੀ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕਰਦੇ ਜਾਂਦੇ ਨੇ। ਹੁਣ ਹਜ਼ੂਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚੂੜਕਾਣੇ ਦੀ ਮੰਡੀ ਲੋੜਵੰਦ ਸਾਧਾਂ ਨੂੰ ਪ੍ਰਸ਼ਾਦ ਛਕਾਣਾ ਇੱਕ ਲਿਖਾਏ ਕਿ ਬਈ ਥੋਕ ਦਾ ਸਮਾਨ ਚੂੜਕਾਣੇ ਦੀ ਮੰਡੀ ਚੋਂ ਹਜ਼ੂਰ ਲਿਆਉਂਦੇ ਸਨ ਤੇ ਪਰਚੂਨ ਵਿੱਚ ਤਲਵੰਡੀ ਬੈਠ ਕੇ ਵੇਚਦੇ ਸਨ। ਮੁਰਾਦ ਮੇਰੇ ਕਹਿਣ ਤੋਂ ਇਹ ਹੈ ਵੀ ਹਜ਼ੂਰ ਉੱਥੇ ਹੱਟੀ ਚਲਾਉਂਦੇ ਸਨ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਆਪ ਜੀ ਥੋਕ ਵਿੱਚ ਚੂੜਕਾਣੇ ਦੀ ਮੰਡੀੋਂ ਸੌਦਾ ਖਰੀਦਣ ਗਏ ਨੇ, ਗੱਡਿਆਂ ਤੇ ਜਾਂ ਖੱਚਰਾਂ ਤੇ ਜਾਂ ਊਠਾਂ ਤੇ ਉੱਥੋਂ ਲੱਦ ਕੇ ਲਿਆਉਂਦੇ ਨੇ ਤੇ ਆਖਰ ਉਹਨੂੰ ਵੇਚਦੇ ਨੇ। ਇੱਕ ਵਾਰ ਇਸ ਤਰ੍ਹਾਂ ਹੋਇਆ ਹੈ ਬਈ ਮਹਾਰਾਜ ਨੇ ਉੱਥੇ ਲੋੜਵੰਦਾਂ ਨੂੰ ਉਹ ਰਸਦ ਜਿਹੜੀ ਹੈ ਬਣਾ ਕੇ ਪ੍ਰਸ਼ਾਦਾ ਛਕਾ ਦਿੱਤਾ, ਪਰ ਹਰ ਵਾਰ ਨਹੀਂ ਹੋਇਆ। ਔਰ ਹਰ ਵਾਰ ਕੀ ਹੁੰਦਾ ਹੈ, ਹਜ਼ੂਰ ਗੁਰੂ ਨਾਨਕ ਸਾਹਿਬ ਥੋਕ ਵਿੱਚ ਚੂੜਕਾਣੇ ਦੀ ਮੰਡੀ ਤੋਂ ਲਿਆ ਕੇ ਸਾਮਾਨ, ਅੱਜ ਕੱਲ੍ਹ ਦੀ ਬੋਲੀ 'ਚ ਅਸੀਂ ਗਰੋਸਰੀ ਕਹਿ ਲੈਂਦੇ ਹਾਂ, ਸੌਦਾ ਕਹਿ ਲੈਂਦੇ ਹਾਂ, ਔਰ ਤਲਵੰਡੀ ਲਿਆ ਕੇ ਉਹ ਵੇਚਦੇ ਨੇ। ਮੈਂ ਬੇਨਤੀ ਇਹ ਕਰਨੀ ਚਾਹੁੰਦਾ ਵੀ ਉਹ ਹੱਟੀ ਚਲਾਉਂਦੇ ਸਨ, ਉਹ ਖੇਤੀ ਨਾਲ ਵੀ ਰਿਲੇਟਡ ਸਨ, ਔਰ ਮੈਂ ਮੁੱਖ ਦੀ ਗੱਲ ਕਰਦਿਆਂ ਬਈ ਉਹ ਕਿਰਤੀ ਸਨ, ਉਹ ਵਿਹਲੇ ਨਹੀਂ ਸਨ। ਇਹੀ ਕਾਰਨ ਨੇ ਵੀ ਜਦੋਂ ਕੋਈ ਸਾਨੂੰ ਇਹ ਪੁੱਛੇ ਬਈ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੱਸੋ, ਅਸੀਂ ਕਹਿੰਦੇ ਹਾਂ ਜੀ ਸਿੱਧ ਗੋਸ਼ਟ ਪੜ੍ਹ ਲਓ, ਜਪਜੀ ਸਾਹਿਬ ਪੜ੍ਹ ਲਓ, ਆਸਾ ਕੀ ਵਾਰ ਪੜ੍ਹ ਲਓ, ਮਾਝ ਕੀ ਵਾਰ ਪੜ੍ਹ ਲਓ, ਮਲਹਾਰ ਕੀ ਵਾਰ ਪੜ੍ਹ ਲਓ। ਇਹ ਉਹਨਾਂ ਦੇ ਵਿਚਾਰਧਾਰਾ ਹੈ, ਇਹ ਉਹਨਾਂ ਦੇ ਸਿਧਾਂਤ ਨੇ, ਇਹ ਉਹਨਾਂ ਦੇ ਉਪਦੇਸ਼ ਨੇ। ਕੋਈ ਕਵੇ ਵੀ ਗੱਲ ਇਹ ਹੈ ਬਈ ਇਹਨਾਂ ਮੇਰੇ ਕੋਲ ਵਕਤ ਨਹੀਂ, ਮੈਨੂੰ ਟੂ ਦਾ ਪੁਆਇੰਟ ਦੱਸ ਵੀ ਤੁਹਾਡੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਕੀ ਹੈ, ਟੂ ਦਾ ਪੁਆਇੰਟ। ਤੇ ਟੂ ਦਾ ਪੁਆਇੰਟ ਦੱਸਣਾ ਹੋਵੇ ਤੇ ਕੀ ਹੈ? ਮਹਾਰਾਜ ਪਤਾ ਕੀ ਬਖਸ਼ਿਸ਼ ਕਰਦੇ ਨੇ? ਹਜ਼ੂਰ ਨੇ ਸਾਨੂੰ 3 ਸੂਤਰੀ ਧਰਮਾਦੇਸ਼ ਦਿੱਤਾ ਹੈ। 3 ਸੂਤਰੀ ਧਰਮਾਦੇਸ਼, ਧਰਮ ਦੀ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੱਟੀ 'ਚ ਵੀ ਬਹਿੰਦੇ ਨੇ, ਤਲਵੰਡੀਆਂ ਚੂੜਕਾਣੇ ਜਾਣਾ, ਜਿਹੜੇ ਗਏ ਨੇ ਪੈਦਲ ਤੇ ਆਏ ਨੇ, ਉਹ ਦੱਸਦੇ ਨੇ ਭਾਵੇਂ ਬਹੁਤੀ ਦੂਰ ਨਹੀਂ ਪਰ ਬਹੁਤੀ ਨੇੜੇ ਵੀ ਨਹੀਂ, ਖੇਚਲ ਹੁੰਦੀ ਹੈ। ਜੇ ਗੁਰਮੁਖੋ ਗੁਰੂ ਨਾਨਕ ਸਾਹਿਬ ਤਲਵੰਡੀਆਂ ਚੂੜਕਾਣੇ ਸੌਦਾ ਥੋਕ ਦਾ ਖਰੀਦਣ ਜਾ ਸਕਦੇ ਨੇ, ਆ ਸਕਦੇ ਨੇ, ਖੇਚਲ ਕਰਦੇ ਨੇ। ਮੱਝਾਂ ਚਾਰਨ ਦਾ ਪ੍ਰਸੰਗ ਹੈ, ਹਲ ਵਾਂਦਿਆਂ ਦੀਆਂ ਉਹਨਾਂ ਦੀਆਂ ਤਸਵੀਰਾਂ ਅਸਾਂ ਘਰਾਂ ਦੇ ਵਿੱਚ ਲਾਈਆਂ ਆਈਆਂ ਨੇ। ਉਹਨਾਂ ਨੇ ਨਾ ਸਿਰਫ ਤਲਵੰਡੀ ਹਲ ਵਾਇਆ, ਉਹਨਾਂ ਨੇ ਕਰਤਾਰਪੁਰ ਸਾਹਿਬ ਵੀ ਬਾਕਾਇਦਾ ਆਪ ਹਲ ਦੀ ਵਾਂਗੀ ਫੜੀ। ਹੁਣ ਉਹਨਾਂ ਦੇ ਸਿਧਾਂਤ, ਉਹਨਾਂ ਦੇ ਧਰਮ ਦਾ ਪ੍ਰਚਾਰ ਕਰਨ ਵਾਲਾ ਬੰਦਾ ਡੱਕਾ ਤੋੜ ਕੇ ਦੂਰਾ ਨਾ ਕਰੇ, ਹੱਦ ਹੋ ਗਈ ਹੈ।
ਜਿਹਦੇ ਸਿਧਾਂਤ ਨੂੰ ਪ੍ਰਚਾਰ ਰਹੇ ਹਾਂ ਉਹ ਕਿਰਤੀ। 3 ਪੈਸੇ ਕਮਾਉਣ ਦੇ ਤਰੀਕੇ ਨੇ, ਖੇਤੀ, ਵਪਾਰ ਤੇ ਨੌਕਰੀ। ਉਹਨਾਂ ਖੇਤੀ ਵੀ ਕੀਤੀ, ਉਹਨਾਂ ਵਪਾਰ ਵੀ ਕੀਤਾ, ਉਹਨਾਂ ਮੋਦੀ ਖਾਨੇ ਦੇ ਵਿੱਚ ਜੌਬ ਵੀ ਕੀਤੀ। ਹੁਣ ਉਹਨਾਂ ਦਾ ਸਿਧਾਂਤ ਪ੍ਰਚਾਰਨ ਵਾਲਾ ਕਹਿੰਦਾ ਵੀ ਮੇਰੀ ਗੱਡੀ ਵੀ ਕੋਈ ਚਲਾਏ, ਮੇਰਾ ਤੌਲੀਆ ਵੀ ਕੋਈ ਫੜੇ, ਮੇਰੇ ਬਾਥਰੂਮ 'ਚ ਸਾਬਣ ਵੀ ਕੋਈ ਰੱਖੇ। ਹੱਦ ਹੋ ਗਈ ਹੈ। ਤੂੰ ਪ੍ਰਚਾਰ ਕੀ ਕਰੇਗਾ? ਤੂੰ ਤੇ ਸਮਾਜ ਤੇ ਬੋਝ ਬਣ ਗਿਆ। ਇਹ ਠੀਕ ਹੈ, ਤੇਰਾ ਲਿਵਿੰਗ ਸਟੈਂਡਰਡ ਬਣ ਗਿਆ, ਤੇਰੇ ਹੰਕਾਰ ਨੂੰ ਪੱਠੇ ਪੈ ਗਏ ਨੇ ਵੀ ਤੇਰਾ ਸਟੈਂਡਰਡ ਬਣ ਗਿਆ, ਤੇਰਾ ਡੇਰਾ ਬੜਾ ਵੱਡਾ, ਤੇਰੀ ਗੱਲ ਬੜੀ ਚੱਲਦੀ ਏ। ਪਰ ਇੱਕ ਗੱਲ ਸਮਝ ਲੈ ਵੀ ਤੂੰ ਗੁਰੂ ਨਾਨਕ ਦੇ ਪਦ ਚਿੰਨ੍ਹਾਂ ਤੇ ਨਹੀਂ ਚੱਲ ਰਿਹਾ। ਉਹਦੇ ਪੂਰਨੇ ਕੁਝ ਹੋਰ ਨੇ। ਔਰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਉਹ ਕਿਰਤੀ ਸਨ, ਕਿਉਂਕਿ ਉਹਨਾਂ ਨੇ 3 ਸੂਤਰੀ ਧਰਮ ਆਦੇਸ਼ ਦਿੱਤਾ, ਧਰਮ ਦੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਅੱਜ ਅਸੀਂ ਦੇਖਣਾ ਜਿਹੜੀ ਸਾਡੀ ਕਮਿਊਨਿਟੀ ਹੈ ਬਈ ਕੌਣ ਵਿਅਕਤੀ ਗੁਰੂ ਨਾਨਕ ਸਾਹਿਬ ਦੀ ਪੈਰੋਕਾਰੀ ਕਰ ਰਿਹਾ ਹੈ ਔਰ ਕੌਣ ਸਮਾਜ ਤੇ ਬੋਝ ਬਣ ਰਿਹਾ ਹੈ। ਇਹ ਅਸਾਂ ਵੇਖਣਾ ਹੈ। ਇਹ ਡੇਰੇ, ਇਹ ਪਾਖੰਡਵਾਦ ਕ੍ਰੀਏਟ ਕਿਹਨੇ ਕੀਤਾ ਹੈ? ਮੈਨੂੰ ਖਿਮਾ ਕਰ ਦੇਣਾ, ਇਹ ਸਾਡੀ ਸਿੱਖ ਕਮਿਊਨਿਟੀ ਨੇ ਕ੍ਰੀਏਟ ਕੀਤਾ ਹੈ। ਅਸੀਂ ਉਹਨਾਂ ਨੂੰ ਇਹ ਸਹੂਲਤਾਂ ਦਿੱਤੀਆਂ ਨੇ ਬਿਨਾਂ ਇਹ ਪੁੱਛੇ ਵੀ ਤੁਹਾਡੀ ਆਊਟਪੁੱਟ ਕੀ ਹੈ। ਉੱਥੇ ਆਊਟਪੁੱਟ ਦੱਸਦੇ ਨੇ ਬਈ ਇਤਨੇ ਲੋਕਾਂ ਨੂੰ ਅਸੀਂ ਅੰਮ੍ਰਿਤ ਛਕਾ ਦਿੱਤਾ ਹੈ। ਤੇ ਜੇ ਤੁਸੀਂ ਥੋੜੀ ਜਿਹੀ ਖੇਚਲ ਕਰੋ ਵੀ ਸਾਰੀਆਂ ਜਥੇਬੰਦੀਆਂ ਨੂੰ ਪੁੱਛੋ, ਲਿਸਟ ਬਣਾਓ, ਤੇ ਜੋ ਟੋਟਲ ਗਿਣਤੀ ਹੋਵੇਗੀ ਉਹ ਨਹੀਂ ਤੇ ਸਾਡੀ ਕੌਮ ਦੀ ਟੋਟਲ ਗਿਣਤੀ ਨਹੀਂ ਜਿਨ੍ਹਾਂ ਨੂੰ ਉਹ ਦਾਅਵਾ ਕਰਦੇ ਨੇ ਅਸੀਂ ਅੰਮ੍ਰਿਤ ਛਕਾ ਦਿੱਤਾ। ਹੁਣ ਮੈਨੂੰ ਨਹੀਂ ਪਤਾ ਵੀ ਕੈਲਕੂਲੇਸ਼ਨ ਵਿੱਚ ਗੜਬੜ ਹੈ ਕਿ ਕਿੱਥੇ ਗੜਬੜ ਹੈ। ਇਹ ਇੱਕ ਕੰਪੀਟੀਸ਼ਨ ਹੈ ਔਰ ਯਤਨ ਸਾਰਾ ਇਹ ਹੁੰਦਾ ਹੈ ਵੀ ਆਪਣੇ ਨਾਲ ਕਮਿਊਨਿਟੀ ਨੂੰ ਜੋੜਨਾ ਹੈ, ਗੁਰੂ ਗ੍ਰੰਥ ਸਾਹਿਬ ਨਾਲ ਔਰ ਪੰਥ ਨਾਲ ਨਹੀਂ ਜੋੜਨਾ। ਦੇਖਣਾ ਪਏਗਾ ਗੁਰਮੁਖੋ, ਤੁਸੀਂ ਵਾਰਿਸ ਹੋ ਕੌਮ ਦੇ, ਪੜਚੋਲ ਤੁਸੀਂ ਕਰਨੀ ਹੈ ਵੀ ਕੌਣ ਕੀ ਕਰ ਰਿਹਾ ਹੈ, ਉਹਦੀ ਬੈਕਗ੍ਰਾਉਂਡ ਕੀ ਹੈ, ਉਹਨੇ ਹੁਣ ਤੱਕ ਕੌਮ ਲਈ ਕੀ ਕੀਤਾ ਹੈ ਔਰ ਉਹਦੇ ਵਿੱਚ ਉਹਦੀ ਭਾਵਨਾ ਕੀ। ਕਿਉਂਕਿ ਜਿਹਦੇ ਅਸੀਂ ਪੈਰੋਕਾਰ ਹਾਂ ਉਹ ਕਿਰਤੀ ਹੈ। ਕਰਤਾਰਪੁਰ ਸਾਹਿਬ ਦੀ ਕੱਚੀ ਧਰਮਸ਼ਾਲ ਦੇ ਵਿੱਚ ਪੁੰਜੇ ਦਰੀਆਂ ਵਿਛਾ ਕੇ ਗੁਰੂ ਨਾਨਕ ਸਾਹਿਬ, ਬਾਬਾ ਬੁੱਢਾ ਸਾਹਿਬ ਤੇ ਅਜੀਤੇ ਰੰਧਾਵੇ ਦੇ ਨਾਲ ਸੌਂਦੇ ਨੇ। ਇਤਿਹਾਸ ਵਿੱਚੋਂ ਇਹ ਸੂਤਰ ਮਿਲਦੇ ਨੇ। ਮਤਲਬ ਕੋਈ ਸਪੈਸ਼ਲ ਸੰਗਤ ਨਾਲੋਂ ਕੋਈ ਇਦਾਂ ਦਾ ਮਾਹੌਲ ਬਣਾਉਣ ਦੀ ਉਹਨਾਂ, ਕਿਉਂਕਿ ਸਾਡੇ ਵਾਸਤੇ ਉਹ ਇੱਕ ਪੂਰਨੇ ਪਾ ਰਹੇ ਸਨ। ਹੁਣ ਗੁਰਮੁਖੋ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਰਾਏ ਭੋਏ ਦੀ ਤਲਵੰਡੀ 'ਚ ਮੱਝਾਂ ਵੀ ਚਾਰਦੇ ਨੇ। ਕਦੀ ਕਦੀ ਕਾਮੇ ਨੂੰ ਕੰਮ ਪੈ ਜਾਂਦਾ ਹੈ ਤੇ ਕਹਿੰਦੇ ਨੇ ਵੀ ਹਲ ਦੀ ਵਾਂਗੀ ਮੈਨੂੰ ਫੜਾ, ਜਾਂ ਭੱਜ ਕੇ ਕਾਰਿਆ ਤੇ ਆ ਜਾਈ। ਕਦੀ ਉਹ 2 ਪੰਡਾ ਪੱਠੇ ਵੀ ਵੱਢ ਲੈਂਦੇ ਹੋਣਗੇ, ਕਦੀ ਟੋਕੇ ਦੇ ਅੱਗੇ ਵੀ ਲੱਗ ਜਾਂਦੇ ਹੋਣਗੇ। ਮੇਰਾ ਇਹ ਖਿਆਲ ਹੈ ਕਦੀ ਕਦੀ ਖੁਰਲੀ 'ਚ ਹੱਥ ਵੀ ਮਾਰ ਦਿੰਦੇ ਹੋਣਗੇ। ਇੱਧਰ ਵੱਧ ਨੇ ਤੇ ਇੱਧਰ ਘੱਟ ਨੇ, ਇਸ ਪਸ਼ੂ ਦੇ ਅੱਗੇ ਥੋੜੇ ਜ਼ਿਆਦਾ ਕਰਦੇ। ਉਹ ਕਿਰਤੀ ਨੇ। ਉਹਨਾਂ ਨੂੰ ਨੇਲ ਕਟਰ ਨਾਲ ਨਹੁੰ ਨਹੀਂ ਸਨ ਲਾਣੇ ਪੈਂਦੇ, ਇੰਨੇ ਹੱਥ ਚਲਾਉਂਦੇ ਸਨ ਬਈ ਨਹੁੰ ਕੰਮ ਕਰ ਕਰਕੇ ਕੱਸ ਜਾਂਦੇ ਸਨ, ਨਹੁੰ ਉਤਾਰਨੇ ਕੋ ਨਹੀਂ ਸਨ ਪੈਂਦੇ। ਇਹਨੂੰ ਹੀ 10 ਨਹੁੰਾਂ ਦੀ ਕਿਰਤ ਕਹਿੰਦੇ ਨੇ। ਔਰ ਇਸ ਕਿਰਤ ਦੇ ਸਦਕਾ, ਇਸ ਤਜਰਬੇ ਦੇ ਸਦਕਾ, ਇਸ ਐਕਸਪੀਰੀਅੰਸ ਸਦਕਾ ਭਾਈਆ ਜੈ ਰਾਮ ਜੀ ਨੇ ਉੱਥੇ ਮੋਦੀ ਦੀ ਕਾਰ ਦਵਾਈ, ਰਾਏ ਭੋਏ ਦੀ ਤਲਵੰਡੀ ਤੋਂ ਸੁਲਤਾਨਪੁਰ ਲੋਧੀ। 35.5 ਸਾਲ ਦੀ ਉਮਰ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਜਦੋਂ ਆਪ ਜੀ ਸੁਲਤਾਨਪੁਰ ਪਹੁੰਚੇ ਨੇ। ਔਰ ਮੋਦੀ ਦੀ ਕਾਰ ਦੇ ਸੰਬੰਧ ਵਿੱਚ ਬੜੇ ਲੰਮੇ ਚੌੜੇ ਪ੍ਰਸੰਗ ਨੇ, ਪਰ ਮੈਂ ਮੁਕਤਸਰ ਅਰਜ਼ ਕਰਾਂ, ਉਹਨਾਂ ਦਿਨਾਂ ਵਿੱਚ ਨਾ ਜਿਹੜਾ ਟੈਕਸ ਸੀ ਉਹ ਕਿਹਦੇ ਕੋਲੋਂ ਲੈਣਾ ਸੀ। ਪੰਜਾਬ ਦੇ ਅੰਦਰ ਜਿਹੜੀ ਇਕਨੋਮੀ ਹੈ ਉਹ 95% ਜਿਹੜੀ ਹੈ ਉਹ ਖੇਤੀ ਦੇ ਉੱਤੇ ਨਿਰਭਰ ਸੀ। ਤੁਸੀਂ ਅਰਥ ਵਿਗਿਆਨੀਆਂ ਨੂੰ ਪੁੱਛ ਕੇ ਵੇਖ ਲਓ। ਫਲਸਰੂਪ ਕਿਸਾਨ ਤੇ ਟੈਕਸ ਲਗਾਉਣਾ ਸਰਕਾਰ ਦੀ ਇੱਕ ਮਜਬੂਰੀ ਵੀ ਸੀ। ਹੁਣ ਸਰਕਾਰ ਨੂੰ ਕਿਸਾਨ ਨੇ ਟੈਕਸ ਦੇਣਾ ਤੇ ਰੁਪਈਏ ਕਿੱਥੋਂ ਲਿਆਵੇਗਾ? ਉਹ ਟੈਕਸ ਦੇ ਰੂਪ ਵਿੱਚ ਸਰਕਾਰ ਨੂੰ ਜਿੰਸ ਦਿੰਦਾ ਹੈ, ਅਨਾਜ ਦਿੰਦਾ ਹੈ। ਔਰ ਉਹ ਅਨਾਜ ਜਿਹੜਾ ਸੰਭਾਲਦਾ ਹੈ ਉਹਨੂੰ ਮੋਦੀ ਕਿਹਾ ਜਾਂਦਾ ਹੈ, ਕਿਉਂਕਿ ਮੋਦੀ ਖਾਨੇ ਵਿੱਚ ਅੱਜ ਕੱਲ੍ਹ ਜਿਵੇਂ FCI ਦੇ ਗੋਦਾਮ ਨੇ ਉੱਥੇ ਰੱਖਿਆ ਜਾਂਦਾ ਹੈ ਔਰ ਉਹਨੂੰ ਸੰਭਾਲਣ ਵਾਲਾ ਮੋਦੀ ਹੈ, ਮੋਦੀ ਖਾਨੇ ਨੂੰ ਹੈਂਡਲ ਕਰਨ ਵਾਲਾ। ਔਰ ਮੁਲਾਜ਼ਮਾਂ ਦੀਆਂ ਜਿਹੜੀਆਂ ਤਨਖਾਹਾਂ ਨੇ ਜ਼ਿਆਦਾਤਰ ਉਹ ਜਿਨਸ ਦੇ ਰੂਪ ਵਿੱਚ ਹੀ ਦਿੱਤੀਆਂ ਨੇ। ਦਾਲਾਂ ਲੈ ਜਾ, ਅਨਾਜ ਲੈ ਜਾ, ਚਾਵਲ ਲੈ ਜਾ, ਸ਼ੱਕਰ ਲੈ ਜਾ, ਘਿਓ ਲੈ ਜਾ, ਤੇਲ ਲੈ ਜਾ, ਕਪਾਹ ਲੈ ਜਾ, ਕੱਪੜੇ ਹੁਣ ਲਿਆ ਜੇ।
इस रूप दे विच उन्हां नूं तनख्वाहां मिलदियां ने, थोड़ा जिहा धन मिलदा है। और गुरु नानक साहब की जिहड़ी तनख्वाह है वो भी जिनस के रूप में मिलती है। हुण हजूर दे जान नाल होया कि एक तो सारे माहौल विच ऑनैस्टी, ईमानदारी और सारियां दा हक सब नूं मिलण लग पिया। इहदे नाल लोग ते बड़े खुश होए। उन्होंने दौलत खान लोधी कोल तारीफ भी की और दौलत खान लोधी गुरु नानक साहब दीयां तारीफां सुन सुन के महाराज दा मुरीद ही बन गया। पर एक टीम सी जिहड़ी गुरु नानक साहब तो ना खुश सी। वो टीम किहड़ी सी? वो टीम सी करप्ट टीम। अज तो 2-3 साल पहला ना साडे भवानीगढ़ हॉस्पिटल दे सरकारी हॉस्पिटल च एक CM भेजिया सरकार ने, ते वो ऑनेस्ट किस्म का बंदा, उन्हें कंप्लेंट की सरकार कोल भी महाराज इत्थे ते मेरे पैर ही नहीं लगन देन डे, ते की बाहर मैडिकल स्टोर की अंदर सारी इंपलॉयमेंट सारे रले हुए ने और वातावरण इस तरह का सिरज रहे ने भी इतों मैं भज जा। और मजबूर होकर सरकार नूं ओहदी ट्रांसफर करनी पई। मेरे कहने तो मुराद भी 50 बेईमान रल जान ना, एक ईमानदार होवे उहनूं बेईमान सिद्ध कर देणगे और आप ईमानदार बन जाणगे, क्योंकि मेजोरिटी की गल है। हुण वो लोग जिहड़े हेरा फेरियां करते सन, गुरु नानक साहब की आमद नाल दुखी हो गए। उन्होंने शिकायतां कीतियां, मोदी का हिसाब होया और असीं कहने आ भी मोदी का हिसाब वध गया। इनू असीं जोड़ने आ करामात नाल। ध्यान दिया जे उचेचा भी महाराज ने अपनी शक्ति नाल अपना समान वधा दिता नहीं। जिहड़ी महाराज नूं तनख्वाह मिलती सी ना जिनस के रूप में, उन्होंने महाराज उत्थे ही पई रहन देंदे सन। क्यों पई रहन देंदे सन ज्ञानी जी? वो लोड़वंदां च वंडदे सन। आए गए साधु संत अभ्यागत अतिथि की उहदे नाल सेवा करते सन। और जदों हिसाब होया वो जिहड़ा समान कुछ अपनी तनख्वाह चों जो जिनस के रूप में मिलिया सी, कुछ वंडिया गया सी, कुछ पिया सी। और ये गल हो गई भी गुरु नानक साहब का हिसाब होया, वंडदे भी बड़ा ने फिर भी वध गया। इनू असीं दूजे हिसाब दे विच लै लिया। असल विच वंड के छकण वाली गल उन्होंने बाद विच कई वंड के छकना शुरू पहला कर दिता। तो ये गल्लां भावें सुनन नूं सानूं बिल्कुल सधारण लगदियां ने। समाज विच जिहड़ी अराजकता है, समाज विच जिहड़ा तौखला है, ये खत्म हो सकता है जे अंदरली भुख मिट जाए। बहुते चो बहुता, थोड़े चो थोड़ा असीं अज तो वंड के छकना शुरू कर दईए। जोड़न का जिहड़ा भुस्स है उहनूं बंद कर दईए, ते मैं समझना भी पदार्थ ते धक्के खांदे फिरनगे। यूरोप विच, अमेरिका, कैनेडा विच पदार्थ साडे नालों ज़्यादा नहीं। गल यह है भी तौखला नहीं, जोड़न का तौखला ना होने कारण उत्थे लगदा है भी इत्थे दे पदार्थ धक्के खांदे फिरदे ने। साडी समस्या यह है भी सानू ये टेंशन बड़ी है भी हाय मेरे कल का की होवेगा, परसों का की होवेगा। खैर, इस तरीके हजूर गुरु नानक साहब रोजचर्या जिंदगी चल रही है। और महाराज की जो नितनेम है, इतिहासकार कहते हैं सवा पैर रात रहिंदी हजूर खबरदार हो जाते हैं। कुछ दिन बाद मोदी की कार संभालन तो बाद गुरु नानक साहब ने अपना परिवार ते भाई साहब भाई मरदाने नूं भी तलवंडी तो सुल्तानपुर बुला लिया। हुण सवा पैर रात रहिंदी उठ के भाई मरदाना ते सतगुरु गुरु नानक साहब वेई चले जाते। 2 वेईयां ने, इस वेई नूं काली वेई कहिंदे ने। हुण भी जब तुसीं दरबार साहब जांदे हो तो उहदे उत्तों लंघ के जांदे हो तुसीं, विचकार थोड़ा जिहा कपूरथला डिस्ट्रिक्ट शुरू हुंदा है, उत्थे एक जिहड़ा हेठां नाला जिहा नज़र आउंदा है, असल च वो ही काली वेई है। इसे काली वेई दे विच हजूर गुरु नानक साहब ने कई 100 वार इशनान किया है। महाराज गुरु नानक साहब सच्चे पातशाह पैर सवा पैर रात रहिंदी उत्थे आउंदे ने और इशनान करन तो बाद भाई मरदाना रबाब वजांदे ने, हजूर कीर्तन करते ने और उस कीर्तन की आवाज़ नूं सुन के आला दुआला महाराज दे इकट्ठे होना शुरू हो जाता है। 1 दिन 2 दिन 4 दिन 10 दिन, हुण ते सच्ची मुच्ची संगत बन गई। महाराज लोकां नूं कर्मकांड छड्डण दी प्रेरणा, कुरीतियां छड्डण दी प्रेरणा, कीर्तन पूजा, देवी देवतियां दी पूजा छड्डण दी प्रेरणा और जीवन नूं साध संगत अंदरों बाहरों एक करन दी प्रेरणा। बड़ी दिलचस्प कथा है। एक दिन अमृत वेले हजूर वेई विच इशनान करन आए।
ਅਜੇ ਇਸ਼ਨਾਨ ਕਰਕੇ ਬਾਹਰ ਨਿਕਲੇ ਹੀ ਸਨ ਕਿ ਉੱਚੀ ਉੱਚੀ ਦੋ ਜਣਿਆਂ ਦੇ ਲੜਨ ਦੀ ਆਵਾਜ਼ ਆਵੇ। ਸ਼ਬਦੀ ਜੰਗ ਸੀ, ਹੱਥੋਂ ਪਾਈ ਨਹੀਂ ਸੀ। ਉੱਚੀ ਉੱਚੀ ਬੋਲ ਬੁਲਾਰਾ ਹੋ ਰਿਹਾ ਹੈ। ਹਜ਼ੂਰ ਬਸਤਰ ਪਾਉਂਦੇ ਪਾਉਂਦੇ ਕਹਿਣ ਲੱਗੇ, ਮਰਦਾਨੇ ਇਹ ਆਵਾਜ਼ ਕਿੱਥੋਂ ਆ ਰਹੀ ਹੈ? ਭਾਈ ਸਾਹਿਬ ਕਹਿਣ ਲੱਗੇ, ਮਹਾਰਾਜ ਇਹ ਆਵਾਜ਼ ਆ ਸਾਹਮਣੇ ਜਿਹੜਾ ਪੁਲ ਨਵਾਂ ਸੁਲਤਾਨਪੁਰ ਲੋਧੀ ਦੇ ਨਾਲ ਲੱਗਦਾ, ਹਕੂਮਤ ਨੇ ਇੱਕ ਪੁਲ ਬਣਾਇਆ ਜਿਹੜਾ ਬਹੁਤ ਦੇਰ ਬਾਅਦ ਤੱਕ ਵੀ ਛੋਟੀ ਇੱਟ ਦਾ ਪੁਲ ਰਿਹਾ। ਉਹ ਡਾਟਾਂ ਬਣਾ ਕੇ ਬਣਾਇਆ ਸੀ, ਹੁਣ ਤੇ ਉਹ ਨਦਾਰਦ ਹੈ। ਆਖਣ ਲੱਗੇ, ਮਹਾਰਾਜ ਹਕੂਮਤ ਨੇ ਇੱਕ ਪੁਲ ਬਣਾਇਆ ਹੈ, ਇਸ ਕਰਕੇ ਝਗੜਾ ਹੋ ਰਿਹਾ। ਮਰਦਾਨੇ ਪੁਲ ਕਰਕੇ ਕਿਉਂ ਝਗੜਾ ਹੋ ਰਿਹਾ? ਮਹਾਰਾਜ ਪੁਲ ਦੇ ਉੱਤੇ ਰਕਮ ਲੱਗੀ ਹੈ ਨਾ। ਹਾਂ ਮਰਦਾਨਿਆਂ, ਉੱਤੇ ਲੱਗੀ ਹੈ ਤੇ ਹਕੂਮਤ ਉਹਨੂੰ ਵਸੂਲਣ ਵਾਸਤੇ ਉੱਥੇ ਕਰ ਲਗਾਇਆ ਹੋਇਆ। ਤੇ ਮਰਦਾਨਿਆਂ ਲੋਕ ਕਰ ਦਿੰਦੇ ਨਹੀਂ। ਮਹਾਰਾਜ ਦਿੰਦੇ ਨੇ, ਪਰ ਕਦੀ ਕਦੀ ਬਹਿਸ ਬਹਾਸਾ ਵੀ ਹੋ ਜਾਂਦਾ। ਜਿਸ ਵੇਲੇ ਹਜ਼ੂਰ ਉੱਥੇ ਅੰਮ੍ਰਿਤ ਵੇਲੇ ਗਏ, ਬਈ ਇਹ ਅੰਮ੍ਰਿਤ ਵੇਲਾ ਹੈ, ਨਾਮ ਬਾਣੀ ਦੇ ਅਭਿਆਸ ਦਾ ਵਕਤ ਹੈ, ਤੁਸੀਂ ਲੜ ਰਹੇ ਹੋ, ਮਾਜਰਾ ਕੀ ਹੈ? ਆਖਣ ਲੱਗੇ, ਮਹਾਰਾਜ ਮਾਜਰਾ ਇਹ ਹੈ ਵੀ ਮੈਂ ਬ੍ਰਾਹਮਣ ਹਾਂ ਤੇ ਸੰਗਲ ਦਾ ਗਾਂ ਦਾ ਸੰਗਲ ਉਹਨੇ ਹੱਥ 'ਚ ਫੜਿਆ ਆ ਤੇ ਇਹ ਗਾਂ ਹੈ। ਮੈਂ ਆਪਣੀ ਗਾਂ ਨੂੰ ਲੈ ਕੇ ਪੁਲ ਤੋਂ ਲੰਘਣਾ ਚਾਹੁੰਦਾ ਵਾਂ ਤੇ ਇਹ ਮੈਨੂੰ ਲੰਘਣ ਨਹੀਂ ਦਿੰਦਾ। ਕਿਉਂ ਬਈ ਇਹਨੂੰ ਲੰਘਣ ਕਿਉਂ ਨਹੀਂ ਦਿੰਦਾ? ਜੋ ਬਣਦਾ ਟੈਕਸ ਇਹਦੇ ਕੋਲੋਂ ਲੈ ਇਹਨੂੰ ਲੰਘਣ ਦੇ। ਇਹ ਬਚਨ ਬਕਾਇਦਾ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਨਿਰੂਪਣ ਨੇ। ਉਹ ਆਖਣ ਲੱਗਾ, ਮਹਾਰਾਜ ਟੈਕਸ ਦਿੰਦਾ ਨਹੀਂ ਨਾ। ਇਹ ਵੈਸੇ ਸ਼ਬਦ ਅੰਗਰੇਜ਼ੀ ਦਾ ਹੈ, ਇਹਨੂੰ ਪੰਜਾਬੀ ਵਿੱਚ ਤੇ ਹਿੰਦੀ ਵਿੱਚ ਕਰ ਕਹਿੰਦੇ ਨੇ, ਕੱਕਾ ਰਾਰਾ ਕਰ। ਉਹ ਆਖਣ ਲੱਗਾ, ਮਹਾਰਾਜ ਮੈਂ ਟੈਕਸ ਤੇ ਦੇਣਾ ਵਾ। ਅਸਲ ਮਾਜਰਾ ਇਹ ਹੈ ਵੀ ਇਹ ਮੇਰੇ ਉੱਤੇ ਨਾ ਡਬਲ ਟੈਕਸ ਲਾਉਂਦਾ ਔਰ ਮੇਰੀ ਗਾਂ ਤੇ ਵੀ ਡਬਲ, ਯਾਨੀ 4 ਗੁਣਾ ਵਧੇਰੇ ਟੈਕਸ ਮੰਗ ਰਿਹਾ। ਹਜ਼ੂਰ ਮੁਸਕਰਾ ਪਏ ਵੀ 4 ਗੁਣਾ ਵਧੇਰੇ ਟੈਕਸ ਕਿਉਂ ਮੰਗਣਾ? ਆਖਣ ਲੱਗਾ, ਜੀ ਹਕੂਮਤ ਦਾ ਹੁਕਮ ਹੈ। ਤੂੰ ਕੌਣ ਹੈ? ਥੋੜਾ ਜਿਹਾ ਸ਼ਰਮਾ ਕੇ ਕਹਿਣ ਲੱਗਾ, ਜੀ ਹਾਂ ਤੇ ਮੈਂ ਵੀ ਹਿੰਦੂ ਹੀ ਖੱਤਰੀ ਹਾਂ। ਮੁਲਾਜ਼ਮਤ ਕਰਨ ਲਈ ਨਾ ਨੀਲੇ ਕੱਪੜੇ ਪਾਣੇ ਜ਼ਰੂਰੀ ਸਨ। ਇਹਨਾਂ ਦੀ ਨਿਗਾਹ 'ਚ ਪ੍ਰਵਾਨ ਹੋਣ ਲਈ ਨੀਲ ਬਸਤਰ ਪਹਿਰ ਹੋਵੇਂ ਪ੍ਰਵਾਨ। ਜਦੋਂ ਗੁਰੂ ਅਮਰਦਾਸ ਦੀ ਸ਼ਿਕਾਇਤ ਕੀਤੀ, ਖੋਜਿਆਂ ਨੇ ਦਿੱਲੀ ਗਏ ਤੇ ਉਹ ਜਿਹੜੇ ਅਦਾਲਤੀ ਲੋਕ ਸਨ ਉਹ ਕਹਿਣ ਲੱਗੇ ਵੀ ਜੇ ਫਰਿਆਦ ਕਰਨੀ ਹੈ ਤੇ ਆ ਚੋਗਾ ਪਾ ਕੇ ਨੀਲੇ ਰੰਗ ਦਾ ਤਾਂ ਤੁਸੀਂ ਅੰਦਰ ਜਾ ਸਕਦੇ ਹੋ, ਨਹੀਂ ਤੇ ਨਹੀਂ ਜਾ ਸਕਦੇ। ਗੁਰੂ ਰਾਮਦਾਸ ਨੇ ਵਕਾਲਤ ਕਰਨ ਵਾਸਤੇ ਉੱਥੇ ਗਏ ਸਨ, ਗੁਰੂ ਘਰ ਦੀ ਵਕਾਲਤ ਕੀਤੀ। ਉਹ ਆਪਣੇ ਆਪ 'ਚ ਵੱਖਰਾ ਵਿਸ਼ਾ ਹੈ। ਬਾਅਦ ਵਿੱਚ ਉਹਨਾਂ ਨੇ ਗੌੜੀ ਕੀ ਵਾਰ ਵਿੱਚ ਇਸ ਘਟਨਾਕ੍ਰਮ ਦਾ ਜ਼ਿਕਰ ਕੀਤਾ ਵੀ ਮੈਂ ਉੱਥੇ ਗਿਆ, ਕੀ ਹੋਇਆ। ਉਹ ਕਹਿੰਦੇ ਨੇ ਮਲ ਜੂੰ ਹੀ ਭਰਿਆ। ਇੱਕ ਗਿਆ, ਉਹਨੇ ਪਾਇਆ, ਫਰਿਆਦ ਕੀਤੀ, ਬਾਹਰ ਆ ਕੇ ਸੁੱਟ ਦਿੱਤਾ। ਦੂਜਾ, ਉਹਨੂੰ ਵੇਲ ਹੀ ਨਹੀਂ ਸੀ ਮਿਲਦਾ ਧੋਣ ਦਾ, ਉਹਦੇ ਵਿੱਚ ਜੂਆਂ ਪੈ ਜਾਂਦੀਆਂ। ਉਹਦਾ ਰੰਗ ਤੇ ਨੀਲਾ ਸੀ ਪਰ ਮੈਲ ਲੱਗ ਲੱਗ ਕੇ ਉਹ ਕਾਲਾ ਹੋ ਜਾਂਦਾ। ਤਾਂ ਗੁਰੂ ਰਾਮਦਾਸ ਮਹਾਰਾਜ ਨੇ ਫਰਮਾਇਆ ਵੀ ਮਲ ਮੈਲ ਜੂਈ ਭਰਿਆ ਨੀਲਾ ਕਾਲਾ ਖਦੋਲੜਾ, 3 ਬੇਮੁੱਖਾਂ ਨੇ ਪਾਇਆ। ਉਹਨਾਂ ਬੇਮੁੱਖਾਂ ਨੇ ਉਸ ਬੇਮੁੱਖ ਖੋਜਿਆਂ ਦੇ ਗਲ 'ਚ ਪਾਇਆ ਜਿਹੜੇ ਸਤਿਗੁਰੂ ਦੀ ਕੰਪਲੇਂਟ ਕਰਨ ਗਏ ਸਨ, ਸ਼ਿਕਾਇਤ ਕਰਨ ਗਏ ਸਨ। ਤੋਂ ਨੀਲੇ ਕੱਪੜੇ ਪਾਣੇ ਪੈਂਦੇ ਸਨ ਕਿਉਂਕਿ ਨੀਲ ਬਸਤਰ ਪਹਿਰ ਹੋਵੇਂ ਪ੍ਰਵਾਨ। ਅੱਜ ਕੱਲ੍ਹ ਸਾਡੀ ਜਿਹੜੀ ਲਾਡਲੀ ਫੌਜ ਹੈ ਨਾ, ਉਹਨਾਂ ਨੂੰ ਕਹੀਏ ਵੀ ਨੀਲੇ ਹੀ ਕਿਉਂ? ਨੀਲੇ ਕੱਪੜੇ ਗੁਰਮਤ 'ਚ ਵਿਵਰਜਿਤ ਨਹੀਂ, ਕਿਉਂਕਿ ਗੁਰਮਤ ਰੰਗਾਂ ਦੇ ਵਿੱਚ ਬਹੁਤਾ ਵਿਸ਼ਵਾਸ ਨਹੀਂ ਰੱਖਦੀ। ਉਹਨਾਂ ਨੂੰ ਕਹੀਏ ਵੀ ਨੀਲੇ ਕਿਉਂ? ਕਹਿੰਦੇ ਲੈ ਤੂੰ ਚੰਗੀ ਕਥਾ ਕਰਨਾ, ਤੈਨੂੰ ਪਤਾ ਨਹੀਂ ਬਾਣੀ ਕਹਿੰਦੀ ਹੈ ਨੀਲ ਬਸਤਰ ਪਹਿਰ ਹੋਵੇਂ ਪ੍ਰਵਾਨ। ਵੀ ਨੀਲੇ ਕੱਪੜੇ ਪਾਏ ਤੇ ਅਕਾਲ ਪੁਰਖ ਦੀ ਨਿਗਾਹ 'ਚ ਪ੍ਰਵਾਨ ਹੋਵੇਗਾ। ਯਾ ਹਾਲ ਹੈ, ਕਰ ਲਓ ਪ੍ਰਚਾਰ ਤੁਸੀਂ। ਨਹੀਂ, ਉੱਥੇ ਮਹਾਰਾਜ ਕਹਿ ਰਹੇ ਨੇ ਵੀ ਤੁਸੀਂ ਨੀਲੇ ਬਸਤਰ ਪਾ ਕੇ ਇਸਲਾਮੀਆਂ ਦੀ ਨਿਗਾਹ ਵਿੱਚ ਪ੍ਰਵਾਨ ਚੜਨ ਲਈ ਇਹ ਪਾਉਂਦੇ ਹੋ। ਵੈਸੇ ਤੇ ਤੁਹਾਡਾ ਧਰਮ ਚਿੱਟੇ ਕੱਪੜੇ ਪਾਉਣ ਦੀ ਜ਼ਿਆਦਾ ਪ੍ਰੇਰਨਾ ਕਰਦਾ। ਖੈਰ, ਮਹਾਰਾਜ ਕਹਿਣ ਲੱਗੇ ਵੀ ਮਾਜਰਾ ਕੀ ਹੈ? ਕਹਿਣ ਲੱਗੇ ਜੀ ਹਕੂਮਤ ਦਾ ਹੁਕਮ ਹੈ ਵੀ ਬਾਹਮਣ ਤੋਂ 2 ਗੁਣਾ ਔਰ ਮੱਝ ਲੰਘਾਣੀ ਹੋਵੇ ਕੋਈ ਟੈਕਸ ਨਹੀਂ, ਹੋਰ ਕੋਈ ਪਸ਼ੂ ਲੰਘਾਣਾ ਕੋਈ ਟੈਕਸ ਨਹੀਂ, ਗਾਂ ਲੰਘਾਣੀ ਹੈ ਤੇ 2 ਗੁਣਾ। ਕਿਉਂ? ਹਿੰਦੂ ਨੂੰ ਜ਼ਲੀਲ ਕਰਨਾ ਹੈ, ਉਹਨੂੰ ਇੰਨਾ ਮਜਬੂਰ ਕਰਨਾ ਹੈ ਵੀ ਉਹ ਹਿੰਦੂ ਧਰਮ ਛੱਡ ਕੇ ਇਸਲਾਮ ਧਰਮ ਪ੍ਰਵਾਨ ਕਰ ਲੈ। ਇਹਨੂੰ ਕਹਿੰਦੇ ਨੇ ਕੂਟਨੀਤੀ। ਇਹ ਕੂਟਨੀਤੀ ਦਾ ਮਤਲਬ ਇਹ ਹੁੰਦਾ ਵੀ ਜਿਸ ਤਰ੍ਹਾਂ ਹੁਣ ਮੁਕਤਸਰ ਦੀ ਗੱਲ ਹੈ ਵੀ ਤੁਸੀਂ ਸੂਚਨਾ ਅਧਿਕਾਰ